ਸਤਿ ਸ਼੍ਰੀ ਅਕਾਲ ਦੋਸਤੋ। ਇਹ ਜੋ ਤੁਹਾਡੇ ਸਾਹਮਣੇ ਫਲੈਗ ਹੈ ਕਿ ਤੁਸੀਂ ਕਦੀ ਇਹ ਪਹਿਲਾਂ ਦੇਖਿਆ ਹੈ ਤੇ ਕੀ ਤੁਹਾਨੂੰ ਪਤਾ ਹੈ ਇਹ ਫਲੈਗ ਕੀ ਰਿਪਰੈਜ਼ੈਂਟ ਕਰਦਾ ਹੈ ਤੇ ਕਿਸ ਨੂੰ ਰਿਪਰੈਜ਼ੈਂਟ ਕਰਦਾ ਹੈ। ਸਾਡੇ ਸਮਾਜ 'ਚ ਬਹੁਤ ਤਰੁੱਟੀਆਂ ਨੇ ਤੇ ਕਈ ਇਨਸਾਨੀ ਅਤੇ ਸਮਾਜਿਕ ਸੱਚਾਈਆਂ ਨੂੰ ਅਸੀਂ ਟੈਬੂ ਬਣਾ ਦਿੰਦੇ ਹਾਂ। ਇਹਨਾਂ ਤਰੁੱਟੀਆਂ ਜਾਂ ਕੁਰੀਤੀਆਂ 'ਚੋਂ ਅੱਜ ਦੇ ਸਮੇਂ ਦਾ ਸਭ ਤੋਂ ਰੈਲੇਵੈਂਟ ਟੌਪਿਕ ਹੈ ਉਹਨਾਂ ਲੋਕਾਂ ਬਾਰੇ ਜੋ ਖੁਦ ਨੂੰ LGBTQ ਆਇਡੈਂਟੀਫਾਈ ਕਰਦੇ ਨੇ। ਇਹਨਾਂ ਦੇ ਪ੍ਰਤੀ ਨਾਸਮਝੀ, ਡਿਸਕ੍ਰਿਮੀਨੇਸ਼ਨ, ਵਾਇਲੈਂਸ ਤੇ ਸਟਿਗਮਾ ਨੂੰ ਜਨਮ ਦਿੰਦੀ ਹੈ। ਬਹੁਤ ਭੱਦੀ ਸ਼ਬਦਾਵਲੀ ਵੀ ਕਈ ਵਾਰੀ ਵਰਤੀ ਜਾਂਦੀ ਹੈ। ਸੋ ਦੋਸਤੋ, ਸਵਾਲ ਹੈ ਇੰਨੀ ਨਾਸਮਝੀ ਤੇ ਪ੍ਰਤਾੜਨਾ ਦਾ ਸਭ ਤੋਂ ਵੱਡਾ ਕਾਰਨ ਕੀ ਹੈ। ਪੜਚੋਲ ਕਰਨ ਤੇ ਤੁਹਾਨੂੰ ਪਤਾ ਲੱਗੇਗਾ ਕਿ ਕਈ ਵਿਸ਼ਿਆਂ ਤੇ ਸਾਨੂੰ ਅਧੂਰੀ ਜਾਂ ਸੁਣੀ ਸੁਣਾਈ ਜਾਣਕਾਰੀ ਹੁੰਦੀ ਹੈ। ਸੋ ਅੱਜ ਆਪਾਂ LGBTQ ਕਮਿਊਨਿਟੀ ਬਾਰੇ ਗੱਲ ਕਰਾਂਗੇ ਤੇ ਫੋਕਸ ਹੋਏਗਾ ਕਿ ਕਿਵੇਂ ਨੌਲੇਜ ਅਤੇ ਸਹੀ ਜਾਣਕਾਰੀ ਨਾਲ ਇਗਨੋਰੈਂਸ ਨੂੰ ਐਡਰੈਸ ਕੀਤਾ ਜਾਵੇ। LGBTQ ਦੇ ਇਲਾਵਾ ਹੋਰ ਕਿੰਨੇ ਸਾਰੇ ਵਰਡਸ ਨੇ ਜਿਹੜੇ ਇਸ ਕਮਿਊਨਿਟੀ ਨੂੰ, ਇਸ ਸਮਾਜ ਨੂੰ ਰਿਪਰੈਜ਼ੈਂਟ ਕਰਦੇ ਨੇ। ਇਨਫੈਕਟ ਬਹੁਤ ਵਾਰੀ ਤੁਸੀਂ LGBTQIA+ ਵੀ ਲਿਖਿਆ ਹੋ ਕਿਤੇ ਪੜ੍ਹਿਆ ਪਾਉਂਦੇ ਹੋਵੋਗੇ। ਸੋ ਆਓ ਅਸੀਂ ਪਹਿਲਾਂ ਦੇਖੀਏ ਕਿ ਇਹ ਸਾਰੇ ਦੇ ਸ਼ਾਬਦਿਕ ਅਰਥ ਕੀ ਨੇ। ਸੋ ਪਹਿਲਾ ਹੈ L ਤੋਂ ਹੈ ਵਰਡ ਲੈਸਬੀਅਨ, G ਤੋਂ ਗੇ, B ਤੋਂ ਬਾਈਸੈਕਸ਼ੁਅਲ, T ਤੋਂ ਟਰਾਂਸ, Q ਤੋਂ either questioning or queer, I ਤੋਂ intersex, A ਤੋਂ asexual ਤੇ ਪਲੱਸ ਦਾ ਮਤਲਬ ਹੈ ਉਹ ਬਹੁਤ ਸਾਰੇ ਜਾਣੇ ਜਿਹੜੇ ਇਕੱਲੇ ਕਿਸੇ ਸਟੈਂਡਰਡ ਆਫ ਜੈਂਡਰ ਆਇਡੈਂਟੀਟੀ ਤੇ ਸੈਕਸ਼ੂਅਲ ਓਰੀਐਂਟੇਸ਼ਨ ਦੇ ਰੋਲ 'ਚ ਆਪਣੇ ਆਪ ਨੂੰ ਫਿੱਟ ਨਹੀਂ ਦੇਖਦੇ। ਸੋ ਇਸੇ ਤਰ੍ਹਾਂ ਇਹਦੇ 'ਚ ਫਰਦਰ ਕੈਟੇਗਰੀਜ਼ ਜਾਂ ਸਬ ਸੈਕਸ਼ਨਸ ਨੇ। ਸੋ ਮੈਂ ਸਮਝਦਾ ਹਾਂ ਵੀ ਤੁਸੀਂ ਲੈਸਬੀਅਨ ਤੇ ਗੇ ਬਾਰੇ ਸਮਝਦੇ ਹੋਗੇ। ਬਾਈਸੈਕਸ਼ੂਅਲ ਹੋ ਗਿਆ ਜਿਹੜੇ ਦੋਵੇਂ ਸੈਕਸਿਸ ਵੱਲ ਆਕਰਸ਼ਿਤ ਹੁੰਦੇ ਨੇ। ਫਿਰ ਹੁੰਦੇ ਨੇ ਟਰਾਂਸ ਹੁੰਦੇ ਨੇ ਵੀ ਜਿਨ੍ਹਾਂ ਦੀ ਆਈਡੈਂਟੀਟੀ ਜਿਸ ਤਰ੍ਹਾਂ ਉਹ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਨੇ ਜਾਂ ਉਹ ਐਕਸਪ੍ਰੈਸ ਕਰਦੇ ਨੇ, ਉਹਨਾਂ ਦੇ ਜਿਹੜਾ ਬਰਥ ਵੇਲੇ ਜੋ ਸੈਕਸ ਹੁੰਦਾ ਹੈ ਉਹ ਤੋਂ ਆਪਣੇ ਆਪ ਨੂੰ ਡਿਫਰੈਂਟ ਦੇਖਦੇ ਹਨ। ਸੋ ਇਸੇ ਤਰ੍ਹਾਂ ਜਿਹੜਾ Q ਹੁੰਦਾ ਹੈ ਉਹ ਪਹਿਲਾਂ ਤਾਂ ਇੱਕ ਤਰ੍ਹਾਂ ਨਾਲ ਤਾਂ ਸੀ ਜਿਹੜੇ ਕਿ ਕੁਐਸਚਨਿੰਗ ਜਾਂ ਜਿਨ੍ਹਾਂ ਦੀ ਸੈਕਸ਼ੂਅਲ ਓਰੀਐਂਟੇਸ਼ਨ ਕੁਐਸਚਨਿੰਗ 'ਚ ਆਉਂਦੀ ਹੈ, ਪਰ ਅੱਜ ਕੱਲ੍ਹ ਇਸ Q ਨੂੰ ਕੁਇਰ ਵੀ ਕਹਿ ਦਿੰਦੇ ਨੇ। ਤੇ ਇਹ ਬੇਸਿਕਲੀ ਇੱਕ ਅੰਬ੍ਰੇਲਾ ਟਰਮ ਹੈ ਟੂ ਕਨਵੇ ਮੈਨੀ ਥਿੰਗਸ। ਜ਼ਿਆਦਾਤਰ ਮਾਰਜਨਲਾਈਜ਼ਡ ਜੈਂਡਰ ਆਈਡੈਂਟੀਟੀ ਐਂਡ ਸੈਕਸ਼ੂਅਲ ਓਰੀਐਂਟੇਸ਼ਨ ਵਾਲੇ ਲੋਕ ਇਸ ਕੈਟੇਗਰੀ 'ਚ ਆ ਜਾਂਦੇ ਨੇ। ਸੋ ਜਿਹੜਾ ਤੁਸੀਂ I ਦੇਖਿਆ, I ਤੋਂ ਭਾਵ ਹੋਇਆ ਇੰਟਰਸੈਕਸ, ਜਿਹੜਾ ਕਿ ਹਿਊਮਨ ਬੀਇੰਗ ਜਿਹੜਾ ਜਿਹਦੇ ਕੋਲ ਬੋਥ ਬਾਇਓਲੋਜੀਕਲ ਸੈਕਸ ਕਰੈਕਟਰਿਸਟਿਕਸ ਨੇ, ਮੇਲ ਦੇ ਵੀ ਫੀਮੇਲ ਦੇ, ਜਾਂ ਕਈ ਵਾਰ ਬਹੁਤ ਜ਼ਿਆਦਾ ਡਿਫਾਈਨ ਨਹੀਂ ਹੁੰਦੇ। ਸੋ ਅਗਰ ਇੱਕ ਮੇਲ ਹੈ ਜਾਂ ਫੀਮੇਲ ਹੈ ਤਾਂ ਇਹ ਵਿਚਕਾਰ ਹੈ, ਪਰ ਇਹ ਵੀ ਰੱਬ ਦੀ ਦੇਣ ਹੈ। ਇਹ ਤਾਂ ਹੋ ਗਿਆ ਇਹ ਸੈਕਸ਼ੂਅਲ, ਆਈ ਥਿੰਕ ਵਰਡ ਆਪਣੇ ਆਪ ਕਨਵੇ ਕਰ ਦਿੰਦਾ ਇਸ ਦਾ ਮਤਲਬ। ਤਾਂ ਪਲੱਸ ਦੇ ਸਾਈਨ ਦਾ ਮਤਲਬ ਹੈ ਵੀ ਕਿ LGBTQ ਦੇ ਇਲਾਵਾ ਹੋਰ ਵੀ ਕਿੰਨੀਆਂ ਜਿਹੜੀਆਂ ਆਈਡੈਂਟੀਟੀਜ਼ ਜਾਂ ਸੈਕਸ਼ੂਅਲ ਓਰੀਐਂਟੇਸ਼ਨਸ ਤੇ ਜਿਹੜੇ ਲੋਕ ਆਪਣੇ ਆਪ ਨੂੰ ਫਿੱਟ ਸਮਝਦੇ ਨੇ ਆਪਣੀ ਲੋੜ ਮੁਤਾਬਕ, ਜਿਸ ਤਰ੍ਹਾਂ ਆਪਣੇ ਆਪ ਆਈਡੈਂਟੀਫਾਈ ਕਰਦੇ ਨੇ, ਸੋ ਉਹ ਪਲੱਸ ਦੇ ਦਾਇਰੇ 'ਚ ਆ ਜਾਂਦੇ ਨੇ। ਸੋ ਇਸੇ ਤਰ੍ਹਾਂ ਉਸ ਪਲੱਸ 'ਚ ਅਗਰ ਤੁਸੀਂ ਸਮਝਣਾ ਹੋਵੇ ਕੀ ਆ ਸਕਦਾ ਹੈ ਤਾਂ ਯੂ ਵਿਲ ਸੀ ਨਾਨ ਬਾਈਨਰੀ ਹੋ ਜਾਏਗਾ। ਜੇ ਉਹ ਬੰਦੇ ਜਿਹੜੇ ਆਪਣੇ ਆਪ ਨੂੰ ਨਾ ਮੇਲ ਆਈਡੈਂਟੀਫਾਈ ਕਰਦੇ ਨਾ ਫੀਮੇਲ ਆਈਡੈਂਟੀਫਾਈ ਕਰਦੇ ਆ। ਇੱਕ ਹੁੰਦੇ ਨੇ GNC ਜਿਹੜੇ ਉਹਨਾਂ ਨੂੰ ਕਿਹਾ ਜਾਂਦਾ ਜੈਂਡਰ ਨਾਨ ਕਨਫਰਮਿੰਗ। ਇੱਕ ਹੁੰਦੇ ਨੇ ਗ੍ਰੇ ਸੈਕਸ਼ੂਅਲ, ਫਿਰ ਡੈਮੀ ਸੈਕਸ਼ੂਅਲ, ਪੈਨ ਸੈਕਸ਼ੂਅਲ ਇਤਿਆਦਿ। ਸੋ ਇਹ ਬਹੁਤ ਲੰਬੀ ਲਿਸਟ ਹੈ। ਇਸ ਤੋਂ ਪਹਿਲਾਂ ਕਿ ਅੱਗੇ ਵਧੀਏ ਅਸੀਂ ਇੱਕ ਬਹੁਤ ਇੰਪੋਰਟੈਂਟ ਚੀਜ਼ ਨੂੰ ਐਡਰੈਸ ਕਰਨਾ ਹੈ ਤੇ ਆਈ ਥਿੰਕ ਉਹ ਸਭ ਤੋਂ ਬੇਸਿਕ ਕੁਐਸਚਨ ਹੈ। ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਕੌਣ ਹੋ, ਪਰ ਤੁਸੀਂ ਮੈਨੂੰ ਪਹਿਲਾਂ ਆਪਣਾ ਨਾਮ ਨਹੀਂ ਦੱਸਣਾ, ਆਪਣੇ ਨਾਮ ਦੇ ਇਲਾਵਾ ਤੁਸੀਂ ਆਪਣੇ ਆਪ ਨੂੰ ਡਿਫਾਈਨ ਕਰੋ, ਤਾਂ ਤੁਸੀਂ ਕਿਤੋਂ ਨਾ ਕਿਤੋਂ ਸ਼ੁਰੂ ਕਰਦੇ ਸ਼ਾਇਦ ਕਹੋਗੇ ਵੀ ਮੈਂ ਮੇਲ ਹਾਂ ਜਾਂ ਫੀਮੇਲ ਹਾਂ। ਸੋ ਆਪਣੇ ਨਾਮ ਨੂੰ ਛੱਡ ਕੇ ਜੇ ਤੁਸੀਂ ਆਪਣੇ ਆਪ ਨੂੰ 3-4 ਚੀਜ਼ਾਂ ਨਾਲ ਅਗਰ ਡਿਫਾਈਨ ਕਰਨਾ ਹੋਵੇ, ਉਹ ਤੁਹਾਨੂੰ ਉਹ ਚੀਜ਼ਾਂ ਬਹੁਤ ਕਲੀਅਰ ਹੋਣੀਆਂ ਚਾਹੀਦੀਆਂ ਨੇ। ਤਾਂ ਜਿਨ੍ਹਾਂ 'ਚੋਂ ਪਹਿਲੀ ਹੈ ਜੈਂਡਰ ਆਈਡੈਂਟੀਟੀ। ਜੈਂਡਰ ਆਈਡੈਂਟੀਟੀ ਕੀ ਹੈ ਕਿ ਤੁਸੀਂ ਆਪਣੇ ਦਿਮਾਗ 'ਚ ਸੋਚਦੇ ਹੋ ਕਿ ਤੁਸੀਂ ਕੌਣ ਹੋ, ਆਦਮੀ ਜਾਂ ਔਰਤ। ਪਰ ਇਹ ਫੈਸਲਾ ਕਿਵੇਂ ਹੁੰਦਾ ਹੈ? ਇਹ ਫੈਸਲਾ ਹੁੰਦਾ ਹੈ ਇਸ ਬੇਸ 'ਤੇ ਕਿ ਸਾਡੀ ਬਾਡੀ 'ਚ ਕਈ ਕੈਮੀਕਲ ਤੇ ਕਹਿ ਲਓ ਮੇਨਲੀ ਜਿਹੜੇ ਹਾਰਮੋਨਲ ਲੈਵਲਸ ਕਰਕੇ, ਇਹ ਹਾਰਮੋਨ ਹੀ ਨੇ ਜਿਹੜੇ ਤੁਹਾਨੂੰ ਇੰਡੀਕੇਟ ਕਰਦੇ ਨੇ ਕਿ ਤੁਸੀਂ ਕੌਣ ਹੋ। ਪਰ ਜਨਰਲੀ ਸਮਾਜਿਕ ਤਾਣੇ ਬਾਣੇ 'ਚ ਸਿਰਫ ਤੁਹਾਡੇ ਕੋਲ 2 ਹੀ ਆਪਸ਼ਨ ਰਹਿ ਜਾਂਦੀਆਂ, ਜਾਂ ਆਦਮੀ ਜਾਂ ਔਰਤ। ਪਰ ਇਹੀ ਇੱਕ ਗਲਤ ਫਹਿਮੀ ਹੈ। ਆਦਮੀ ਵੀ ਹੈ, ਔਰਤ ਵੀ ਹੈ, ਪਰ ਇਟਸ ਅ ਸਕੇਲ। ਸਿਮਿਲਰਲੀ ਜੇ ਤੁਸੀਂ ਉਹ 2-3-4 ਚੀਜ਼ਾਂ ਜਿਸ 'ਚ ਤੁਸੀਂ ਆਪਣੇ ਆਪ ਨੂੰ ਆਈਡੈਂਟੀਫਾਈ ਕਰਦੇ ਹੋ, ਉਹਨਾਂ 'ਚੋਂ ਇੱਕ ਹੈ ਜੈਂਡਰ ਐਕਸਪ੍ਰੈਸ਼ਨ। ਜੈਂਡਰ ਐਕਸਪ੍ਰੈਸ਼ਨ ਕੀ ਹੋ ਗਿਆ ਵੀ ਤੁਹਾਡੇ ਭਾਵ, ਸੋਚ, ਪਹਿਰਾਵਾ, ਗੱਲਬਾਤ ਦਾ ਤਰੀਕਾ ਕਿਵੇਂ ਦਾ ਹੈ ਬੇਸਡ ਔਨ ਟ੍ਰੈਡੀਸ਼ਨਲ ਜੈਂਡਰ ਰੋਲਸ, ਕਿ ਤੁਸੀਂ ਮੇਲ ਵਾਂਗ ਹਰਕਤ ਕਰ ਰਹੇ ਹੋ ਕਿ ਫੀਮੇਲ ਵਾਂਗ, ਬਟ ਟਿਪੀਕਲ ਰੋਲਸ ਜਿੱਦਾਂ ਡਿਫਾਈਨ ਕੀਤੇ ਗਏ ਨੇ ਸੋਸਾਇਟੀ ਉਹਦੇ ਦੁਆਰਾ। ਤਾਂ ਇਹ ਵੀ ਤੁਸੀਂ ਸੋਚੋ ਕਿ ਇੱਕ ਸਕੇਲ ਹੈ ਕਿ ਫੈਮਿਨਿਨ ਹੋਣਾ ਜਾਂ ਮੈਸਕੁਲਿਨ ਹੋਣਾ
ਇਹ ਇੰਨਾ ਬਲੈਕ ਐਂਡ ਵਾਈਟ ਨਹੀਂ ਹੈ। ਕੁਝ ਚੀਜ਼ਾਂ ਕਿਸੇ ਦੀਆਂ ਫੈਮਿਨਿਨ ਹੋ ਸਕਦੀਆਂ, ਕਿਸੇ ਦੀਆਂ ਮੈਸਕੁਲਿਨ ਹੋ ਸਕਦੀਆਂ, ਤੇ ਇਸ ਦਾ ਤੁਹਾਡੀ ਜੈਂਡਰ ਆਈਡੈਂਟੀਟੀ ਨਾਲ ਕੋਈ ਲਿੰਕ ਨਹੀਂ ਹੈ। ਸੋ ਸਿਮਿਲਰਲੀ ਹੁਣ ਤੁਸੀਂ ਅਗਰ ਆਪਣੇ ਆਪ ਨੂੰ ਕਹਿਣਾ ਹੋਵੇ ਕਿ ਮੈਂ ਮੇਲ ਹਾਂ ਜਾਂ ਫੀਮੇਲ ਹਾਂ, ਪਰ ਉਹਦਾ ਵੀ ਤੁਸੀਂ ਕਹਿ ਤੇ ਦਿੱਤਾ ਹਾਰਮੋਨਸ ਦੇ ਬੇਸ ਤੇ, ਪਰ ਬਾਇਓਲੋਜੀਕਲ ਸੈਂਸ ਕੀ ਬਣਦੀ ਹੈ? ਸੋ ਬਾਇਓਲੋਜੀਕਲੀ ਤੁਹਾਡੇ ਰੀਪਰੋਡਕਟਿਵ ਆਰਗਨਸ, ਉਹਨਾਂ ਦੇ ਸਾਈਜ਼, ਹਾਰਮੋਨਸ, ਕ੍ਰੋਮੋਸੋਮਸ, ਇਹ ਤੁਹਾਡਾ ਬਾਇਓਲੋਜੀਕਲ ਸੈਕਸ ਡਿਟਰਮਿਨ ਕਰਨ 'ਚ ਹੈਲਪ ਕਰਦੇ ਨੇ। ਤਾਂ ਇਹ ਵੀ ਤੁਹਾਨੂੰ ਸਮਝਣਾ ਪਏਗਾ ਕਿ ਇਹ ਵੀ ਇੱਕ ਤਰ੍ਹਾਂ ਦਾ ਸਕੇਲ ਹੈ। ਸੋ ਕੁਦਰਤੀ ਕਈ ਵਾਰੀ ਬਹੁਤ ਡਿਫਰੈਂਸਿਸ ਹੋ ਸਕਦੇ ਨੇ ਕਲੀਅਰ ਫੀਮੇਲ ਤੇ ਕਲੀਅਰ ਮੇਲ ਐਸਟੈਬਲਿਸ਼ ਕਰਨ 'ਚ ਵੀ। ਚੌਥੀ ਚੀਜ਼ ਹੈ ਦੋਸਤੋ ਸੈਕਸ਼ੂਅਲ ਓਰੀਐਂਟੇਸ਼ਨ। ਹੁਣ ਸੈਕਸ਼ੂਅਲ ਓਰੀਐਂਟੇਸ਼ਨ ਹੁੰਦੀ ਕੀ ਹੈ ਕਿ ਤੁਹਾਡੀ ਸਰੀਰਕ, ਸਪਿਰਿਚੁਅਲ ਅਤੇ ਇਮੋਸ਼ਨਲ ਤੌਰ ਤੇ ਕਿਸ ਜੈਂਡਰ ਮੇਲ ਜਾਂ ਫੀਮੇਲ ਵੱਲ ਤੁਸੀਂ ਅਟਰੈਕਟ ਹੁੰਦੇ ਹੋ। ਕਈ ਵਾਰ ਤੁਸੀਂ ਸੈਕਸ਼ੂਅਲੀ ਅਟਰੈਕਟ ਨਹੀਂ ਵੀ ਹੁੰਦੇ, ਉਹਨਾਂ ਨੂੰ ਏਸੈਕਸ਼ੂਅਲ ਕਹਿ ਦਿੱਤਾ ਜਾਂਦਾ ਹੈ। ਸੋ ਇਹ ਵੀ ਇੱਕ ਸਕੇਲ ਹੈ ਹੈਟਰੋਸੈਕਸ਼ੂਅਲ ਤੋਂ ਲੈ ਕੇ ਹੋਮੋਸੈਕਸ਼ੂਅਲ ਤੇ ਵਿਚਕਾਰ ਬਾਇਸੈਕਸ਼ੂਅਲ, ਜੋ ਦੋਵੇਂ ਮੇਲ ਜਾਂ ਫੀਮੇਲ ਵੱਲ ਆਕਰਸ਼ਿਤ ਹੁੰਦੇ ਨੇ। ਪਰ ਇਹ ਇੱਕ ਗੱਲ ਧਿਆਨ 'ਚ ਰੱਖਣੀ ਪਏਗੀ ਕਿ ਸੈਕਸ਼ੂਅਲ ਓਰੀਐਂਟੇਸ਼ਨ ਜ਼ਰੂਰੀ ਨਹੀਂ ਰਿਲੇਟਡ ਹੋਵੇ ਤੁਹਾਡੀ ਜੈਂਡਰ ਆਈਡੈਂਟੀਟੀ ਜਾਂ ਜੈਂਡਰ ਐਕਸਪ੍ਰੈਸ਼ਨ ਨਾਲ। ਸੋ ਦੋਸਤੋ ਤੁਸੀਂ ਦੇਖੋ ਆਪਣੇ ਆਪ ਨੂੰ ਡਿਫਾਈਨ ਕਰਨਾ ਵੀ ਕਿੰਨਾ ਕੰਪਲਿਕੇਟਡ ਹੁੰਦਾ ਹੈ ਜੇ ਤੁਸੀਂ ਕਲਾਸਿਕ ਮੇਲ ਫੀਮੇਲ ਪੈਟਰਨ 'ਚ ਫਿੱਟ ਨਹੀਂ ਹੁੰਦੇ। ਕਿਤਨੇ ਪਰਮੂਟੇਸ਼ਨ ਕੰਬੀਨੇਸ਼ਨ ਬਣ ਜਾਂਦੇ ਨੇ ਜੇ ਤੁਸੀਂ ਇਹ 3-4 ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਉਹਨਾਂ ਦੇ ਕੰਬੀਨੇਸ਼ਨ ਬਣਾਓ। ਪਰ ਤੁਸੀਂ ਹੈਰਾਨ ਹੋਵੋਗੇ ਸੁਣ ਕੇ ਕਿ ਲਗਭਗ 40% LGBTQ ਆਇਡੈਂਟੀਫਾਈ ਕਰਨ ਵਾਲੇ ਯੂਥ ਨੇ ਸੁਸਾਈਡ ਕਰਨ ਬਾਰੇ ਸੋਚਿਆ ਹੈ। ਐਂਗਜ਼ਾਇਟੀ ਤੇ ਡਿਪਰੈਸ਼ਨ ਉਹਨਾਂ ਦੇ ਮੁੱਖ ਕਾਰਨ ਨੇ, ਕਿਉਂਕਿ ਇਹਨਾਂ ਨੂੰ ਸਮਾਜਿਕ ਪ੍ਰਤਾੜਨਾ ਸਹਿਣੀ ਪੈਂਦੀ ਹੈ। ਸੋ ਐਂਗਜ਼ਾਇਟੀ ਤੇ ਡਿਪਰੈਸ਼ਨ ਇਹਨਾਂ 'ਚ ਬਹੁਤ ਹਾਈ ਪਾਇਆ ਜਾਂਦਾ ਹੈ। ਤੇ ਇਹ ਵੀ ਤੁਸੀਂ ਜਾਣ ਕੇ ਹੈਰਾਨ ਹੋਗੇ ਕਿ ਐਵਰੇਜ ਨਾਲੋਂ 4 ਤੋਂ 8 ਗੁਣਾ ਤੱਕ ਰੇਟ ਆਫ ਸੁਸਾਈਡ ਜਾਂ ਅਟੈਂਪਟ ਟੂ ਸੁਸਾਈਡ ਜਿਹੜੇ ਨੇ LGBTQ ਯੂਥ 'ਚ ਪਾਇਆ ਜਾਂਦਾ ਹੈ। ਹੋ ਸਕਦਾ ਹੈ ਕਿ ਇਗਨੋਰੈਂਸ ਜਾਂ ਕਈ ਵਾਰੀ ਪਤਾ ਹੀ ਨਹੀਂ ਹੋਣ ਕਾਰਨ ਅਸੀਂ ਕੁਝ ਇਨਸੈਂਸਿਟਿਵਿਟੀ ਪ੍ਰਦਰਸ਼ਿਤ ਕਰ ਦਿੰਦੇ ਹਾਂ। ਸਾਨੂੰ ਕੌਨਸ਼ੀਅਸਲੀ ਧਿਆਨ ਰੱਖਣਾ ਚਾਹੀਦਾ ਹੈ ਕਿ ਅਸੀਂ ਕਿਸੇ ਦਾ ਜਾਣੇ ਅਣਜਾਣੇ 'ਚ ਉਹਦਾ ਦਿਲ ਨਾ ਦੁਖਾਈਏ ਜਸਟ ਬਿਕੋਜ਼ ਸਾਨੂੰ ਮੇਲ ਜਾਂ ਫੀਮੇਲ ਉਸਦੀ ਸੈਕਸੁਅਲ ਓਰੀਐਂਟੇਸ਼ਨ, ਬਾਇਓਲੋਜੀਕਲ ਸੈਕਸ ਤੇ ਜੈਂਡਰ ਐਕਸਪ੍ਰੈਸ਼ਨ ਬਾਰੇ ਅਗਰ ਸਾਨੂੰ ਨਹੀਂ ਸਮਝ ਲੱਗ ਰਹੀ। ਇੱਕ ਰਿਸਰਚ ਕੀਤੀ ਗਈ ਦੋਸਤੋ ਜਿਸ 'ਚ ਪਾਇਆ ਗਿਆ ਕਿ ਲਗਭਗ 86% ਜਿਹੜੇ LGBTQ ਯੂਥ ਆ ਉਹਨਾਂ ਕੋਲ ਕਿਸੇ ਤਰ੍ਹਾਂ ਦਾ ਸਪੋਰਟ ਸਿਸਟਮ ਹੈ। ਸੋ ਇਸ 86% ਵਿੱਚ ਸੁਸਾਈਡ ਰੇਟ ਰਿਲੇਟਿਵਲੀ ਘੱਟ ਨੇ। ਪਰ ਜੇ ਤੁਸੀਂ ਦੇਖੋ ਰੈਸਟ ਆਫ ਦ 14% ਤਾਂ ਜਿਨ੍ਹਾਂ ਕੋਲ ਕੋਈ ਸਪੋਰਟ ਸਿਸਟਮ ਨਹੀਂ ਤਾਂ ਉਹਨਾਂ 'ਚ ਜਿਹੜੇ ਸੁਸਾਈਡ ਰੇਟ ਬਹੁਤ ਜ਼ਿਆਦਾ ਨੇ। ਸੋ ਦੋਸਤੋ ਅਗਰ ਤੁਸੀਂ ਕਿਸੇ ਲਈ ਇੱਕ ਸਪੋਰਟ ਦਾ ਕੰਮ ਕਰ ਸਕਦੇ ਹੋ, ਕਿਸੇ ਦੀ ਮਦਦ ਕਰ ਸਕਦੇ ਹੋ, ਆਪਣੇ ਸਮਾਜ 'ਚ ਜੇ ਤੁਹਾਨੂੰ ਲੱਗਦਾ ਕਿਸੇ ਦੀ ਇਸ ਤਰ੍ਹਾਂ ਪ੍ਰਤਾੜਨਾ ਹੋ ਰਹੀ ਹੈ, ਕਿਸੇ ਦਾ ਮਜ਼ਾਕ ਉੱਡ ਰਿਹਾ ਜਾਂ ਕੋਈ ਵੀ ਭੱਦੀ ਸ਼ਬਦਾਵਲੀ ਵਰਤੀ ਜਾ ਰਹੀ ਹੈ, ਤਾਂ ਤੁਸੀਂ ਪਲੀਜ਼ ਉਸ ਨੂੰ ਉੱਥੇ ਹੀ ਰੋਕੋ ਤੇ ਇਸ ਚੀਜ਼ ਤੋਂ ਆਪ ਵੀ ਗੁਰੇਜ਼ ਕਰੋ। ਇਹ ਪ੍ਰੋਬਲਮ ਦਾ ਸੋਲੂਸ਼ਨ ਬਹੁਤ ਸਿੰਪਲ ਹੈ। ਇੱਕ ਦੂਜੇ ਨੂੰ ਜਾਣਨਾ, ਸੁਸਾਇਟੀ 'ਚ ਲੋਕਾਂ ਨਾਲ ਇੰਟਰੈਕਟ ਕਰਨਾ, ਜਿਹੜਾ ਤੁਹਾਡੇ ਤੋਂ ਤੁਹਾਨੂੰ ਵੱਖਰਾ ਲੱਗਦਾ ਹੈ ਉਸ ਦੇ ਬਾਰੇ ਸਮਝੋ ਤੇ ਉਸ ਨਾਲ ਇੰਟਰੈਕਟ ਕਰੋ ਤੇ ਇੱਕ ਨੈਚੁਰਲ ਕਿਉਰਿਓਸਿਟੀ ਰੱਖ ਕੇ ਰਿਸਪੈਕਟਫੁਲੀ ਕੁਐਸਚਨ ਪੁੱਛੇ ਜਾ ਸਕਦੇ ਨੇ। ਅਗਰ ਤੁਸੀਂ ਕਿਸੇ ਲਈ ਸਪੋਰਟ ਦਾ ਕੰਮ ਕਰ ਸਕਦੇ ਹੋ ਤੇ ਜ਼ਰੂਰ ਮਦਦ ਕਰੋ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਸੀ, ਮਾਨਸ ਕੀ ਜਾਤ ਸਭੇ ਇੱਕੋ ਪਹਿਚਾਨ ਬੋ। ਸੋ ਸਾਨੂੰ ਇਸ ਤੇ ਅਮਲ ਕਰਨਾ ਚਾਹੀਦਾ ਹੈ। ਸੋ ਫਿਰ ਮਿਲਾਂਗੇ ਦੋਸਤੋ, ਸਤਿ ਸ਼੍ਰੀ ਅਕਾਲ।